अस्सलाम वालेकुम नाज़रीन। प्रोग्राम आज मुबारक के साथ एक साहब हैं पाकिस्तान से, उनको भी प्रोग्राम में शामिल करेंगे। आजकल पाकिस्तान में जो हालात है, लोग परेशान हैं, मुतमिन नहीं है। पूछेंगे इनसे भी कि क्या वजह है। जी अस्सलाम वालेकुम। वालेकुम सलाम जनाब। हाँ सर जी। गल ये है कि ते जिस वेले बच्चों नूं तकलीफ होंदी है ना, जी। वो दौड़ के मां दे परां थले जांदे ने। हम्म। ते सानू जिस वेले तकलीफ होंदी है ना, ਅਸੀਂ ਤੁਹਾਨੂੰ ਮਾਂ ਸਮਝਦੇ ਹਾਂ, ਦੌੜ ਕੇ ਤੁਹਾਡੇ ਕੋਲ ਵੜਦੇ ਆ बड़ी मेहरबानी, ਵੀ ਜਿਹੜਾ शुक्रिया। ਤੁਸੀਂ ਸਾਡਾ ਲਾਲਾ ਕਰਦੇ ਹੋ, ਸਾਡਾ ਜਿਹੜਾ ਨਾ ਗੱਲ ਸੁਣਦੇ ਹੋ। जी। ਸਰ ਤੁਸੀਂ ਇੱਕ ਪ੍ਰੋਗਰਾਮ ਕੀਤਾ ਹੈ ਜ਼ਮੀਨ ਦੇ ਬਾਰੇ 'ਚ, हाँ जी। ਵੀ ਇਤਨੇ ਲੋਕ ਇਤਨੇ ਅਰਸਾ 'ਚ ਫਸੇ ਰਹਿੰਦੇ ਨੇ ਜ਼ਮੀਨਾਂ 'ਚ। हम्म। ਉਹ ਕੋਈ ਬੜਾ ਸਾਦਾ ਜਿਹਾ ਬੰਦਾ ਹੈ, ਕੋਈ ਭੋਲਾ ਜਿਹਾ ਬੰਦਾ ਹੈ, ਉਹ ਕੋਈ ਸਹੀ ਬਿਆਨ ਨਹੀਂ ਕਰ ਸਕਿਆ। हम्म। ਤਾਂ ਉਹਨੇ ਜਿਹੜੇ 25-30 ਲੱਖ ਕੇਸ ਦੱਸੇ ਨੇ ਨਾ, ਇਹ 25-30 ਲੱਖ ਕੇਸ ਤਾਂ ਉਹ ਨੇ ਨਾ ਜਿਹੜੇ ਅਦਾਲਤਾਂ 'ਚ ਨੇ। हम्म। ਤੇ ਕੋਈ ਇਤਨੇ ਹੀ ਕੇਸ, ਇਸ ਨਾਲੋਂ ਵੀ ਜ਼ਿਆਦਾ ਕੇਸ ਐਸੇ ਨੇ ਜਿਹੜੇ ਵਕੀਲਾਂ ਕੋਲ ਅਦਾਲਤਾਂ 'ਚ ਆਉਂਦੇ ਹੀ ਨਹੀਂ, ਜਿਨ੍ਹਾਂ ਕੋਲ ਪੈਸੇ ਨਹੀਂ ਵਕੀਲਾਂ ਕੋਲ अच्छा। ਦੇਣ ਜੋਗੇ। अच्छा। ਸਮਝੋ ਕਿ ਨਹੀਂ? जी। ਤੇ ਇਤਨੇ ਹੀ ਕੇਸ ਐਸੇ ਨੇ ਜਿਹੜੇ ਇਹ ਸੋਚਦੇ ਨੇ ਵੀ ਜਿਹੜਾ ਅਦਾਲਤਾਂ 'ਚ ਕੀ ਮਿਲੇਗਾ ਫਿਰ ਫਿਰ ਕੇ। हम्म। ਮਤਲਬ ਮੁਖਤਲਿਫ ਸੋਚਾਂ ਦੇ ਲੋਕ ਨੇ ਨਾ, जी। ਕਿ ਉਹ ਅਦਾਲਤਾਂ 'ਚ ਹੀ ਨਹੀਂ ਆਉਂਦੇ ਵੀ ਜਿਹੜਾ ਛੋੜੋ ਇੱਥੇ ਫੈਸਲਾ ਤੇ ਹੋਣੇ ਨਹੀਂ ਲੱਗਾ। ਸਾਰੀ ਸਾਰੀ ਉਮਰ ਜੋ ਹੈ ਨਾ अच्छा गल सुनो, ਇਹ ਕੇਸ ਹੈ। कदी ਤੁਹਾਨੂੰ ਵੀ ਅਦਾਲਤ ਦਾ ਚੱਕਰ ਪਿਆ ਆ? ਕਦੀ ਜ਼ਿੰਦਗੀ 'ਚ ਕੋਈ ਵਕੀਲ ਸ਼ਕੀਰ ਮੱਥੇ ਲੱਗਾ? ਅੱਜ ਬੜਾ ਵਕੀਲ ਮੱਥੇ ਲੱਗਿਆ ਨੇ ਜਨਾਬ ਜੀ। ਅੱਛਾ। ਫਿਰ ਉਹ ਕੀ ਕੇਸ ਦਿੱਤਾ ਸੀ ਉਹਨੂੰ ਜਨਾਬ ਜੀ, ਕੇਸ ਦੇ ਕੋਈ ਉਹਨੂੰ ਪੈਸੇ ਵੀ ਦਿੱਤੇ, ਉਹਦੀ ਮੂੰਹ ਮੰਗੀ ਫੀਸ ਵੀ ਦਿੱਤੀ। ਜਿਸ ਵੇਲੇ ਐਂਡ ਦੇ ਨੇੜੇ ਗਿਆ ਫੇਰ ਕੇਸ ਦੇ, ਉਸ ਵੇਲੇ ਉਹਨੇ ਡਿਮਾਂਡ ਕਰ ਲਈ ਕਿ ਨਾਲ ਜਗ੍ਹਾ ਵੀ ਦੇ ਦਿਓ। ਤੁਹਾਡੀ ਖੈਰ ਹੋ ਜੀ। ਹਾਂਜੀ। ਫਿਰ ਕੀ ਬਣਿਆ? ਕੀ ਫਿਰ? ਤੇ ਜਗ੍ਹਾ ਫਿਰ 1 ਕਰੋੜ ਰੁਪਏ ਦੀ ਸੀ। ਮੈਂ ਕਿਹਾ ਤੇਰੇ ਨਾਲ ਵਗ ਗਏ ਨੇ ਕੋਈ ਇਹ ਜਗ੍ਹਾ ਦੀ, ਇਹ ਪੈਸਿਆਂ ਦੀ, ਇਹ ਤੂੰ ਕੀ ਮਜ਼ਾਕ ਸ਼ੁਰੂ ਕਰਤਾ ਸਾਡੇ ਨਾਲ? ਪਹਿਲਾਂ 2-4 ਵਾਰੀ ਮਜ਼ਾਕ ਕਰਦਾ ਰਿਹਾ। ਮੈਂ ਸਮਝਿਆ ਸ਼ਾਇਦ ਮਜ਼ਾਕ ਦੀ ਗੱਲ ਹੈ ਕਿ ਠੀਕ ਹੈ। ਉਹ ਫਿਰ ਜਿਸ ਵੇਲੇ ਮੈਂ ਸੋਚਿਆ, ਮੈਂ ਕਿਹਾ ਬੰਦਾ ਪੱਕਾ ਹੀ ਨਾ ਹੋ ਜਾਏ, ਤੇ ਫਿਰ ਉਹ ਕਨਾਲ ਜਨਾਬ ਵਾਲੀ ਜਗ੍ਹਾ ਮੰਗਣ ਲੱਗ ਗਿਆ। ਫਿਰ ਇਹ ਸੂਰਤ ਹਾਲ ਹੈ ਵਕੀਲਾਂ ਦੀ। ਫਿਰ ਦਿੱਤੀ ਜਗ੍ਹਾ? ਜਵਾਬ ਦੇਤਾ ਮੈਂ ਕਿ ਯਾਰ ਨਾ ਜੀ, 1 ਕਰੋੜ ਰੁਪਏ ਦੀ ਜਗ੍ਹਾ ਉਹਨੂੰ ਕਾਹਦੇ ਵਾਸਤੇ ਦੇ ਦਈਏ? ਜਦ ਤੁਸੀਂ ਪੈਸੇ ਮੁਕਲੇ ਵੀ ਜਿਹੜਾ ਇਸ ਕੇਸ ਤੇ ਇੰਨੇ ਪੈਸੇ ਲਊਂਗਾ ਮੈਂ, ਪੈਸੇ ਤੈਅ ਹੋ ਗਏ, ਫਿਰ ਤੁਸੀਂ ਜਗ੍ਹਾ ਦਾ ਕਾਹਦਾ ਮੁਤਾਲਬਾ ਕਰਦੇ ਹੋ? ਕੇਸ ਲੜੋ। ਨਹੀਂ ਤੇ ਉਹਨੇ ਸਾਫ਼ ਜਵਾਬ ਦੇ ਦਿੱਤਾ। ਅੱਛਾ ਇਹ ਦੱਸੋ ਕਿ ਕੀ ਵਜ੍ਹਾ ਸਾਡੇ ਪਾਕਿਸਤਾਨ ਚ ਅੱਜ ਤੱਕ ਇਨਸਾਫ ਕਿਉਂ ਨਹੀਂ ਹੁੰਦਾ? ਲੋਕੀ ਮਰ ਜਾਂਦੇ ਨੇ ਇਨਸਾਫ ਦੇ ਚੱਕਰ ਚ ਅਦਾਲਤਾਂ ਦੇ ਵਿੱਚ, ਕਦੀ ਕਿਤੇ। ਅਸੀਂ ਕਿਉਂ ਇੰਨਾ ਪਿੱਛੇ ਰਹਿ ਗਏ? ਸਾਰਾ ਮਤਲਬ ਹੈ ਇੱਕ ਇਨਸਾਨ ਹੁੰਦਾ, ਇੱਕ ਉਹਦਾ ਜ਼ਮੀਰ ਹੁੰਦਾ, ਇੱਕ ਉਹਦਾ ਜ਼ਮੀਰ ਹੁੰਦਾ ਜਿਹਨੂੰ ਅੰਦਰ ਦਾ ਪੁਲਿਸਮੈਨ ਕਹਿੰਦੇ ਨੇ। ਅੰਦਰ ਦਾ ਪੁਲਿਸਮੈਨ ਕਹਿੰਦੇ ਨੇ ਜੀ। ਉਹ ਹਰ ਬੁਰੇ ਕੰਮ ਨੂੰ ਤੁਹਾਨੂੰ ਦੱਸੇਗਾ ਕਿ ਕੰਮ ਤੂੰ ਗਲਤ ਕਰ ਰਿਹਾ। ਇੱਕ ਸਟੇਜ ਐਸੀ ਆਏਗੀ ਜਿਸ ਵੇਲੇ ਤੁਸੀਂ ਉਹਦੀ ਨਹੀਂ ਨਾ ਮੰਨੋਗੇ, ਉਹ ਕਹਿ ਕੇ ਤੁਹਾਨੂੰ ਉਹ ਮੁਰਦਾ ਹੀ ਹੋ ਜਾਏਗਾ। ਵੀ ਜਿਹੜਾ ਕਿਹੜੇ ਬੰਦੇ ਨਾਲ ਮੇਰਾ ਪਾਲਾ ਪੈ ਗਿਆ, ਤਾਂ ਬੰਦਾ ਹੀ ਮੁਰਦਾ ਹੈ। ਅੱਛਾ ਇਹ ਦੱਸੋ, ਸਾਡੀਆਂ ਅਦਾਲਤਾਂ ਦੇ ਜ਼ਮੀਰ ਜੋ ਹੈ ਨਾ, ਇਹ ਮੁਰਦਾ ਹੋ ਚੁੱਕੇ ਹੈ। ਅੱਛਾ ਅਦਾਲਤ ਦੀ ਗੱਲ ਤੁਸੀਂ ਕੀਤੀ ਏ, ਤੇ ਇਹ ਸਵਾਲ ਹੈ ਕਿ ਅੱਜ ਇੰਤਖਾਬਾਤ ਹੋ ਰਹੇ ਨੇ, ਸ਼ਹਬਾਜ਼ ਸ਼ਰੀਫ ਦਾ ਜਿਹੜਾ ਬੇਟਾ ਹਮਜ਼ਾ ਹੈ ਉਹ ਵਜ਼ੀਰ ਆਲਾ, ਕਦੀ ਇਸ ਤਰ੍ਹਾਂ ਵੀ ਹੋਇਆ ਕਿ ਇੱਕ ਵਜ਼ੀਰ ਆਲਾ ਦੀ ਨਿਗਰਾਨੀ ਦੇ ਵਿੱਚ ਇੰਤਖਾਬਾਤ ਹੋਣ, ਉਹ ਵੀ ਹਿੱਸਾ ਲੈ ਰਿਹਾ ਹੋਏ? ਹਾਂਜੀ। ਉਹ ਦੇਖੋ ਜੀ, ਇਹ ਤਾਂ ਬੁਨਿਆਦੀ ਤੌਰ ਤੇ ਹੁਣ ਤੁਹਾਡੀ ਉਮਰ ਮੇਰਾ ਖਿਆਲ ਹੈ 65-70 ਸਾਲ ਦੇ ਨੇੜੇ ਤੇੜੇ ਆ, 60-65 ਤਾਂ ਹੋਏਗੀ। नहीं मेरी? हाँ। नहीं थोड़ी जे, अभी तो मैं जवान हूँ। अच्छा माशाअल्लाह, अल्लाह ਤੁਹਾਨੂੰ ਜਵਾਨੀ ਰੱਖੇ। ਇਹਨਾਂ ਦਾ ਪਹਿਲਾ ਕੇਸ ਜਿਹੜਾ ਮੈਂ ਜਵਾਨੀ ਸੁਣਿਆ ਨਾ, ਇਹਨਾਂ ਨੇ ਜਨਾਬ ਵਾਲੀ ਕੇਸ ਅਖਬਾਰਾਂ ਚੋਂ ਮੈਂ ਪੜਿਆ। ਉਸ ਵੇਲੇ ਛੋਟੀ ਉਮਰ ਦਾ ਸੀ। ਇਹਨਾਂ ਦਾ ਸਭ ਤੋਂ ਪਹਿਲਾ ਕੇਸ ਜੋ ਆਇਆ ਨਾ, ਉਹ ਇਹ ਆਇਆ
कि इन्होंने इतफाक फाउंड्री में बिजली चोरी करते फसे गए हैं। अच्छा, फिर तो बिजली चोरी, फिर दूए नंबर ते केस आया जनाब जी इन्हां दा कि ਇਹ ਬੰਦਿਆਂ ਨੂੰ ਭੁੱਟੋ ਦੇ ਦੌਰ 'ਚ ਯੂਨੀਅਨਾਂ ਬਣੀਆਂ, ਉਹਦੇ ਯੂਨੀਅਨ ਵਾਲੇ ਬੰਦੇ ਮੁਤਾਲਬਾ ਕਰਦੇ ਸਨ ਵੀ ਯਾਰ ਜਿਹੜੀ ਸਾਡਾ ਇਹ ਹੱਕ ਦਿਓ, ਇਹ ਹੱਕ ਦਿਓ। ਜਿਹੜਾ ਕੋਈ ਬੰਦਾ ਜ਼ਿਆਦਾ ਬੋਲਦਾ ਸੀ ਉਹਨੂੰ ਚੁੱਕ ਕੇ ਭੱਠੀ 'ਚ ਗੇਰ ਦਿੰਦੇ। ਅੱਛਾ, ਇਹ ਅਸੀਂ ਮਜ਼ਾਕ ਸਮਝਦੇ ਸੀ ਵੀ ਯਾਰ ਇਤਨਾ ਕਿਸ ਤਰ੍ਹਾਂ ਗਿਰਿਆ ਹੋਇਆ ਬੰਦਾ ਹੋ ਸਕਦਾ ਕਿ ਬੰਦੇ ਨੂੰ ਭੱਠੀ ਸਿੱਟਣਾ, ਜਿੱਥੇ 1 ਮਿੰਟ 'ਚ ਬੰਦਾ ਪਾਣੀ ਹੋ ਜੇ, ਇਹ ਤਾਂ ਨਹੀਂ ਹੋ ਸਕਦਾ। ਲੇਕਿਨ ਹੁਣ ਜਿਸ ਵੇਲੇ ਦਾ ਇਹ ਉਹ ਮਕਸੂਦ ਚਪੜਾਸੀ, ਉਹ ਡਾਇਰੈਕਟਰ ਆਪਣੇ ਮਰਿਆ ਕਿ ਨਾ ਮਹਿਕਮੇ ਦਾ ਜਿਹੜਾ ਇਨਵੈਸਟੀਗੇਸ਼ਨ FIA ਦਾ ਡਾਇਰੈਕਟਰ, ਜਾਂ ਉਸको खैर ਦੀ ਤਵੱਕੋ ਹੋਏਗੀ। ਲੇਕਿਨ ਇਹ ਦੱਸੋ ਸਰ ਕਿ ਇਹ ਪਾਕਿਸਤਾਨ ਦੀ ਆਵਾਮ ਹਾਲੇ ਵੀ ਕਈ ਨੇ ਉਹਨਾਂ ਦੇ ਨਾਲ ਨੇ? ਅਜੇ ਵੀ ਕੋਈ 15-20% ਲੋਕਾਂ ਦਾ ਐਸਾ ਦਿਮਾਗ ਫਿਰਿਆ ਹੋਇਆ ਹੈ, ਅਜੇ ਵੀ ਉਹ ਕਹਿੰਦੇ ਨੇ ਜੀ ਕਿਆ ਬਾਤ ਹੈ। ਇਹ ਹੁਣ ਇੱਕ ਬੰਦੇ ਨਾਲ, ਮੇਰੇ ਬੁੱਢੇ ਬੰਦੇ ਨਾਲ ਇੱਕ ਘੰਟਾ ਬਹਿਸ ਹੋਈ ਹੈ। ਮੈਂ ਕਿਹਾ ਵਾਕਿਆ ਜੀ ਬਹੁਤ ਅੱਛੇ ਇਨਸਾਨ ਹੈ। ਕਹਿੰਦੇ ਕਿਸ ਤਰ੍ਹਾਂ ਜੀ? मैं कि यार सामने स्क्रीन पे दस दिया भी मेरी तो पाकिस्तान में प्रॉपर्टी कोई नहीं, किसी झूठ वाली तो गल ही कोई नहीं। फिर तो सामने स्क्रीन पे नजर आ रही है कि हमारी वहां भी है प्रॉपर्टी। फिर वो की कहता बुजुर्ग? ते भाई भी दस रहे ने। नहीं वो बुजुर्ग की कहता सी? बुजुर्ग जनाब ਲਈ ਉਹ ਇਹਨਾਂ ਨੂੰ ਕਹਿੰਦਾ ਸੀ ਕਿ ਜਿਹੜਾ ਇਹ ਬੇੜਾਗਰ ਕਰਨ ਵਾਲੇ इमरान खान ने, भुगतन वाले ने। मैं कह रहा 14 पार्टियां जो है ना ये बड़ी ईमानदार पार्टियां ने, 11 पार्टियां या 12 पार्टियां या 13 पार्टियां। कोई एक सिफत है इन्हां दी दस ना मैनू, फिर मैं तेरी गल मान जाऊंगा। कहना सिफत तो कोई नजर नहीं आती, बारा कीता खराब नहीं है सारा। मैं कह रहा इसने कोई खराब नहीं किया, तुहाडी बेवकूफी है, तुहाडी नासमझी है। हाँ जी, अच्छा ये जगाया है तुहानू। ये बताएं सारे कि कितने फीसद इंसाफ हमारी अदालतों में हो रहा है? साडे अदालतां च 0% पैसों नाल अदालतां च दा इंसाफ हो रहा है। एक बंदे ने 3 लाख रुपया मंगया सी, उस कोलों उन्हें सजाए मौत हो गई। अच्छा, 3 लाख रुपया निशान देखो। हाँ जी, हाँ जी, 3 लाख रुपया नहीं देता। देखो हाँ जी, कि जिस वेले उन्हें फैसला लिखा है उसी रात वो मर्डर हो गया जज। अच्छा, हाँ, मतलब गुनाह का बदला गुनाह, अल्लाह ने उस मौके से दाता उन्हें क्या तू वेल है, सजाए मौत देती उन्हें। हेलो जी, फिर बाद चो अपील चला गया, अपील चौदी फिर उम्र कैद होगी। अच्छा, वैसे चलो 3 लाख रुपया नहीं देता ते ਉਹ ਤੇ ਚਲੋ ਜੋ ਵੀ ਹੈ। ਤੁਸੀਂ ਇੱਥੇ ਬਹਿੰਦੇ ਜੇ ਮਹਿਫਿਲ ਦੇ ਵਿੱਚ, ਲੋਕੀ ਕੀ ਗੱਲਾਂ ਕਰਦੇ ਨੇ? ਥੋੜਾ ਜਿਹਾ ਦੱਸੋ ਕਿ ਕੀ ਗੱਲਾਂ ਬਾਤਾਂ ਕਰ ਰਹੇ ਨੇ, ਕਿ ਕਿਆ ਵਾਕਈ ਪਾਕਿਸਤਾਨ ਖਾਨਾ ਜੰਗੀ ਦੀ ਤਰਫ ਜਾ ਰਿਹਾ? ਕੋਈ ਹਾਲਾਤ ਐਸੇ ਬਣ ਰਹੇ ਨੇ? ਇਹ ਮੁਸ਼ਕਿਲ ਹੀ ਹੈ ਖਾਨਾ ਜੰਗੀ ਦਾ। ਖਾਨ ਸਾਹਿਬ ਜਿਹੜਾ ਨਾ ਲੈ ਜਾਣ ਤੇ ਕੁਝ ਕਹਿ ਨਹੀਂ ਜਾ ਸਕਦਾ, ਕਿਉਂਕਿ ਸਾਡੇ ਇਹਨਾਂ ਦੇ ਅਮਾਲ ਜੋ ਹੈ ਨਾ ये 0/0 है। अदलिया और ये हमारी एस्टैब्लिशमेंट, ये जो फौज के सरबराह ने, और इन्होंने साढ़े थल्ले लेवल तक एक पेटी, जिसले तुसी गलिया अमरूद रख दोगे ना ते वो पेटी गल जाएगी। एक टाइम आएगा वो पेटी तुहानू सिटनी पै जाएगी एक दाने की वजह नाल। ये सारे ਜਿਹੜੇ ਨੇ ਨਾ ਇਹ इतना लुट खसुट च लगे हुए ने डॉलरां दे कि कुछ कहा नहीं जा सकता। दुनिया च 2 चीज़ां ऐसियां ने कि इंसान जो है ना जन्नत देखता है, ना जन्नम देखता है, ना फरिश्ता देखता है, ना आखरत देखता है, ना हिसाब किताब देखता है। लेकिन पूरी दुनिया में 2 चीज़ें ऐसी नजर आती हैं जो हर इंसान देखता है। अगर उन 2 चीजों पर ही गौर करता रहे जी, और उन 2 चीजों पर ही फिक्र करे तो आदमी कभी भी गुमराह नहीं होता जी। वो चीजें मैं भी देखता हूँ और आप भी देखते हैं। वो कौन सी 2 चीजें हैं जी? एक मौत है और दूसरी कब्र है।
अच्छा, ये कितने लोगों को ये इतनी अपनी कब्र की और मौत की फिक्र है पाकिस्तान में? वैसे सियासतदानों को या अवाम को है कोई फिक्र किसी को? हाँ जी, बहुत सारे लोगों ਨੂੰ है फिक्र, बहुत सारे लोगों ਨੂੰ ਫਿਕਰ ਹੈ, ਲੇਕਿਨ ਇਹਨਾਂ ਨੇ ਬੰਦਿਆਂ ਨੂੰ ਬੜਾ ਗੰਦਾ ਕਰਤਾ। ਹੁਣ ਇਹਨਾਂ ਨੇ ਜਿਹੜਾ ਨਾ ਹਰ ਮਹਿਕਮੇ ਨੂੰ ਰਾਸ਼ੀ ਕਰਤਾ, ਹਰ ਮਹਿਕਮੇ ਨੂੰ ਜਨਾਬ ਰਿਸ਼ਵਤ ਚਾੜਤਾ, ਤੇ ਕੋਈ ਪੁੱਛ ਪੜਤਾਲ ਹੀ ਨਹੀਂ ਹੈ। ਨਹੀਂ, ਰਿਸ਼ਵਤ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਮੰਗਦਿਆਂ? ਉਹ ਤੇ ਕਹਿੰਦੇ ਦੋਸਤ ਕੀ ਹੈ, ਰਿਸ਼ਵਤ ਦੇਣੇ ਵਾਲਾ ਲੈਣੇ ਵਾਲਾ। ਨਾ ਨਾ, ਇਹਨਾਂ ਨੇ ਫਰੰਟ ਮੈਨ ਰੱਖੇ ਹੋਏ ਨੇ ਨਾ ਜੀ, ਮੰਗਣ ਦੀ ਜ਼ਰੂਰਤ ਹੀ ਨਹੀਂ। ਅੱਛਾ, ਫਰੰਟ ਮੈਨ ਰੱਖਦੇ ਹੋਏ ਨੇ। ਉਹਨੇ 50 ਲੱਖ ਰੁਪਇਆ ਚਾਹੀਦਾ ਨਾ, ਲੱਖ ਰੁਪਇਆ 2 ਲੱਖ ਰੁਪਇਆ ਉਹਦਾ ਮਾਲਕ ਦਾ ਹੋ ਜਾਏਗਾ, ਫਰੰਟ ਮੈਨ ਦਾ ਹੋ ਜਾਏਗਾ, ਤੇ ਬਾਕੀ ਉਹਦੇ ਹੋ ਜਾਣਗੇ। ਤੁਸੀਂ ਕਿਹਨੂੰ ਕਾਨੂੰਨ ਹੀ ਕੋਈ ਨਹੀਂ ਪੁੱਛਣ ਵਾਲਾ। ਇੱਕ ਬੰਦਾ ਪੁੱਛੇ ਵੀ ਯਾਰ ਇਹ ਆਪਕੇ ਪਾਸ ये चीजें कैसे आ गई हैं। ਤੁਸੀਂ ਕਿਹਨੂੰ ਵੋਟ ਦਿੰਦੇ ਰਹੇ ਪਹਿਲੇ? हाँ जी, पहली पिछली वोट तो ਇਹਨੂੰ ਖਾਨ ਸਾਹਿਬ ਨੂੰ ਦਿੱਤੀ है। ਇਹਦੇ ਤੋਂ ਪਹਿਲੇ देखो जी, 12 आदमी और मतलब नलायक आदमी और इतने टॉप दे आदमी नहीं वर्ल्ड कप जित सकते ने। ऐसे 22 करोड़ आदमी को नहीं जीत सकते। सिर्फ 12 करोड़ और 22 करोड़ च फर्क है, शायद तुहानू पता होवे। ਅੱਛਾ, ਤੁਸੀਂ ਪਹਿਲੇ ਕਿਹਨੂੰ ਵੋਟ ਦਿੰਦੇ ਰਹੇ ਸੋ? ਉਹਦੇ ਚ ਮਾਫੀਆ ਨਹੀਂ ਸੀ, ਇਹਦੇ ਚ ਮਾਫੀਆ ਹੈ। ਗੱਲ ਸਮਝੋ ਕਿ ਨਹੀਂ? ਮੈਂ ਸਮਝ ਗਿਆ। ਪਹਿਲੇ ਵੋਟ ਇਹਨੂੰ ਦਿੱਤਾ ਹੈ। ਨਹੀਂ, ਇਹਦੇ ਤੋਂ ਪਹਿਲੇ ਮੈਂ ਬਾਹਰ ਆ, ਜ਼ਰੂਰਤ ਹੀ ਨਹੀਂ ਪਈ। ਸਹੀ। ਬਾਕੀ ਆ ਜ਼ੁਲਫਕਾਰ ਭੁੱਟੋ ਨੂੰ ਦਿੱਤਾ ਸੀ। ਭੱਟੂ ਨੂੰ ਵੋਟ ਦਿੱਤਾ ਰਹੀ, ਕਹਿੰਦੇ ਭੱਟੂ ਲੀਡਰ ਸੀ, ਲੇਕਿਨ ਜਿਹੜੇ ਸਹੀ ਸਮਝਦਾਰ ਲੋਕ ਕਹਿੰਦੇ ਭੱਟੂ ਨੇ ਬੇੜਾ ਗਰਕ ਕੀਤਾ ਕੌਮ ਦਾ। ਨਹੀਂ, ਭੱਟੋ ਜਿਹੜਾ ਨਾ, ਉਹਦੀ ਸੋਚ ਜਿਹੜੀ ਹੈ ਨਾ ਜੀ ਹਜ਼ਰਤ, ਉਹਦੀ ਸੋਚ 50 ਸਾਲ ਅੱਗੇ ਸੀ। ਕੌਮ ਦੀ ਸੋਚ ਜਿਹੜੀ 50 ਸਾਲ ਪਿੱਛੇ ਸੀ, ਉਹ ਆਪਸ ਵਿੱਚ ਜੋੜ ਨਹੀਂ ਮਿਲ ਸਕਿਆ। ਨਹੀਂ, ਪਰ ਸੋਚ ਉਹਦੀ ਅੱਗੇ ਸੀ, ਪਰ ਉਹ ਤੇ ਐਸੇ ਫੈਸਲੇ ਕਰਦਾ ਰਿਹਾ ਜੀ ਜਿਹੜੇ ਕਿ ਉਹਨੂੰ ਪਤਾ ਵੀ ਨਹੀਂ ਸੀ ਹੈਗਾ, ਤੇ ਐਵੇਂ ਆਪਣਾ ਬੇਤੁਕੇ ਫੈਸਲੇ ਕਰਦਾ ਰਿਹਾ। ਜਿਹੜਾ ਬੈਟਮ ਬੰਬ ਬਣਾ ਕੇ ਗਿਆ, ਇਹ ਜਿਤਨੇ 50% ਲੋਕ ਬਾਹਰ ਕੰਮ ਕਰਦੇ ਨੇ, ਇਹ ਸਭ ਭੁੱਟੋ ਸਾਹਿਬ ਦੀ ਮਿਹਨਤ ਕਰਨ ਚੀਜ਼ਾਂ ਹੈ। ਜਿਹੜੇ ਲੀਬੀਆ ਚ ਗਏ ਨੇ, ਸਾਊਦੀਆ ਚ ਗਏ ਨੇ। ਤੁਸੀਂ ਇਹ ਦੱਸੋ ਕਿ ਅਸੀਂ ਇਹ ਚੀਜ਼ ਕਹਿੰਦੇ ਹਾਂ ਕਿ ਲੋਕ ਬਾਹਰ ਗਏ ਨੇ, 9/11 ਤੋਂ ਬਾਅਦ ਉਹਨਾਂ ਲੋਕਾਂ ਕੋਲ ਪੈਸੇ ਆਏ ਨੇ, ਤੇ ਉਹ ਇਹਨਾਂ ਲੋਕਾਂ ਜਨਾਬ ਮੇਰੀ ਵੀਜ਼ੇ ਲਵਾ ਕੇ ਯੂਰਪ ਮੁਲਕਾਂ ਚਲੇ ਗਏ ਨੇ। ਮੇਰਾ ਸਵਾਲ ਹੈ ਵਾਹ, ਕੋਈ ਕਾਰਗਰਦਗੀ ਨਹੀਂ। ਸਰ ਸਵਾਲ ਹੈ ਵਾਹ ਕਿ ਜਦੋਂ ਯੋਗ ਦਾ ਦੌਰ ਸੀ, ਉਦੋਂ ਲੋਕਾਂ ਨੂੰ ਤੇ ਪਾਕਿਸਤਾਨ ਵੀ ਰੋਜ਼ਗਾਰ ਮਿਲਦਾ ਪਿਆ ਸੀ। ਯੋਗ ਦਾ ਦੌਰ? ਹਾਂਜੀ, ਉਦੋਂ ਸਰ ਉਸ ਵੇਲੇ ਕੱਪੜਿਆਂ ਦਾ ਇੱਕ ਜੋੜਾ ਹੁੰਦਾ ਸੀ, ਟੋਟਲ ਜੁੱਤੀਆਂ ਦਾ ਇੱਕ ਜੋੜਾ ਹੁੰਦਾ ਸੀ, ਤੇ ਸੁਰਖ ਮਿਰਚਾਂ ਕੁੱਟ ਕੇ ਬਲਦੈਨ ਮੈਂ ਰੋਟੀ ਖਿਲਾ ਦਿੱਤੇ ਸੀ। ਐਨੀ ਕਮੀਰੀ ਸੀ ਮਾਰੀ, ਲੇਕਿਨ ਐ ਸਕੂਨ ਇਸ ਤਰ੍ਹਾਂ ਸੀ, ਇਤਨੀਆਂ ਫੇਰੀਆਂ ਨਹੀਂ ਪਤਾ ਹੁੰਦੀਆਂ ਸਨ। ਤੇ ਇਹ ਹੈ ਕਿ ਬੰਦੇ ਇੱਕ ਦੂਆ ਦਾ ਅਦਬ ਕਰਦੇ थे, एहतराम करते थे। एक ख्वाहिशात होती है, एक जरूरियात होती है, एक नुमाइश होती है, एक दिबाइश होती है। जिसे पूरा अमला लग्या हो एक पासे, 11 पार्टियां एक पासे, पूरी एस्टैब्लिशमेंट एक पासे, और एक्स एक पासे, वाई एक पासे, और डिप्टी कमिश्नर एक पासे, और पुलिस एक पासे। हाँ जी, ਤੁਹਾਡੇ ਖਿਆਲ ਚੀਫ ਆਫ ਆਰਮੀ ਸਟਾਫ ਵੀ ਇਹਦੇ ਚ ਕੋਈ ਨਾ ਕੋਈ ਮੁਦਾਖਲਤ ਕਰ ਰਿਹਾ ਪਿੱਛੇ ਬਹਿ ਕੇ? देखिए, चीफ ऑफ आर्मी स्टाफ एक मुल्क का सरबराह है, एक बाप की हैसियत रखता है। वो गलत और सही नु तो गलत और सही कह सकता है ना जी, और कर सकता है। अगर वो नहीं करता तो समझो फिर कुत्ती चोरा ना मिली हुई है। नहीं, आजकल ਤੁਹਾਡਾ ਕੀ ਖਿਆਲ ਹੈ ਕਿ ਉਹ ਠੀਕ ਕਰ ਰਿਹਾ? ना जी ना, की ठीक कर रहा है, तमाम मसला ही गलत कर रहा है। वो कोशिश है कि इन्हू 6 अपने आर्टिकल नंबर 6 में ला के इसको फाइन लाया जाए, देखो पक्की जान ही छड़ा ली जाए, ताकि मुल्क नू जरा ना असी दबा के खाण वाले बनीए, सानू पुछण वाले कोई ना होए। अच्छा, एक चीज दसो कि जो बंदे दी 60-70 साल उम्र हो जाती, किन्ना को खा लेंदा? हाँ जी, 60-70 साल की उम्र तो बाद किन्ना क खा सकदा, किन्नी की पिकनिक मना सकदा?
ਉਹ ਸਾਰੇ ਖਾਣ ਦੀ ਗੱਲ ਨਹੀਂ ਹੈ, ਇਹ ਖਾਣ ਦੀ ਗੱਲ ਨਹੀਂ ਹੈ, ਇਹ ਆਪਣੀਆਂ ਅਗਲੀਆਂ ਨਸਲਾਂ ਦੀ ਗੱਲ ਕਰ ਰਹੇ ਨੇ। ਇਹਦਾ ਮਤਲਬ ਅੱਲਾਹ ਤਾਲਾ ਤੇ ਭਰੋਸਾ ਨਹੀਂ ਹੈ। ਸਾਡੇ ਬੱਚੇ, ਫਿਰ ਬੱਚਿਆਂ ਦੇ ਬੱਚੇ, ਫਿਰ ਉਹਨਾਂ ਦੇ ਬੱਚੇ, ਫਿਰ ਉਹਨਾਂ ਦੇ ਬੱਚੇ, ਇਹ ਸਾਡੇ ਸਾਰੇ ਸਰਬਰਾਹ ਹੀ ਰਹਿਣ। ਇਹ ਮਾਕੂਮ ਹਕੂਮਤ ਰਹੇ ਸਾਰੀ। ਨਹੀਂ ਤੇ ਅੱਜ ਮਲਤਾਨ ਦੇ ਵਿੱਚ ਸ਼ਾਹ ਮਹਿਮੂਦ ਕੁਰੈਸ਼ੀ ਦਾ ਮੁੰਡਾ ਵੀ ਤੇ ਇਲੈਕਸ਼ਨ ਖਲੋਤਾ ਦਾ, ਉਹਨੂੰ ਟਿਕਟ ਦਿੱਤੀ, ਕਿਸੇ ਹੋਰ ਨੂੰ ਕਿਉਂ ਨਹੀਂ ਦਿੱਤੀ ਉੱਥੇ ਟਿਕਟ? ਇਹਦੇ ਫਿਰ ਪੀਟੀਆਈ 'ਚ ਵੀ ਇੰਜ ਹੀ ਚੱਲਣ ਡਿਆ। ਹਾਂਜੀ, ਪੀਟੀਆਈ 'ਚ ਵੀ ਇੰਜ ਹੀ ਚੱਲਣਾ ਸ਼ੁਰੂ ਹੋ ਗਿਆ। ਸ਼ਾਹ ਮਹਿਮੂਦ ਕੁਰੈਸ਼ੀ ਦਾ, ਸ਼ਾਹ ਮਹਿਮੂਦ ਕੁਰੈਸ਼ੀ ਦੀ ਉਹਦੀ ਪੋਜੀਸ਼ਨ ਮਜ਼ਬੂਤ ਸੀ ਨਾ ਜੀ। ਹਾਲਾ ਉਹ ਐਮਪੀਏ ਸੀ, ਐਮਐਨਏ ਸੀ, ਆ ਰੇਡੀਓ ਕੋਈ ਵਿਹਲਾ ਬੰਦਾ ਨਹੀਂ ਸੀ। ਨਹੀਂ ਉਹਦਾ ਬੇਟਾ, ਉਹਦਾ ਬੇਟਾ ਉਹ ਐਮਐਨਏ ਸੀ, ਉਹਨੂੰ ਐਮਐਨਏ ਤੋਂ ਛੁਡਾ ਕੇ ਇਸ ਐਮਪੀਏ ਦੀ ਸੀਟ ਤੇ ਲੜਾਇਆ ਵੀ ਯਾਰ ਇਹ ਬੰਦਾ ਮਜ਼ਬੂਤ ਹੈ, ਹਮਾਰਾ ਕੈਂਡੀਡੇਟ ਮਜ਼ਬੂਤ ਚਾਹੀਦਾ। चलो ਤੁਹਾਡੇ ਨਾਲ अच्छा रह गया प्रोग्राम, शामी देखना अपलोड करना। बहुत शुक्रिया आपका। ਤੁਹਾਡੇ ਨਾਲ ਇੱਕ ਹੋਰ ਮਸ਼ਵਰਾ ਵੀ ਕਰਨਾ, ਮੈਂ ਬਹੁਤ ਜ਼ਬਰਦਸਤ ਪ੍ਰੋਗਰਾਮ ਤੁਹਾਨੂੰ ਦੇਣਾ ਜਨਾਬ ਅਲੀ, ਤੇ उसके मुताबिक फिर मशवरा करना कि जरा इसको कैसे करना चाहिए। चले फिर करेंगे, गल्लां नाल तां मुल्क अगे नहीं निकल सकता। चले ठीक है, शाम को करेंगे। ठीक है जी, बहुत शुक्रिया। ये अमल नाल जड़ा ना, अमल नाल कोई अगे निकल सकता है। चले ठीक है, बहुत शुक्रिया सर, थैंक यू। तो मैं नाज़रीन, ये आप हमारे साथ प्रोग्राम में शामिल हुए, जो बातें की इन्होंने आपने भी सुनी, मैंने भी सुनी। मकसद ये है कि पाकिस्तान किस तरफ जा रहा है, कहाँ जा रहा है, क्यों हालात बने हुए। सब्सक्राइब करें।